शौक नहीं मजबूरी है, भूख हड़ताल जरूरी है। कंपनी वाले तो कह रहे हैं बार बार कि साढ़े कोल तो कई लोग पार्ट टाइम काम करके भी ਲੱਖਾਂ रुपये कमा रहे हैं कि ड्राइवर कुछ नहीं है कि जानबूझ के लोगों को गुमराह कर ਉਹ ਜਿਹੜੀ ਗੱਡੀ ਚਲਾਉਣ ਦੇ ਜਿਹੜੀ ਸਾਡੀ ਉਹ ਕਹਿੰਦੇ ਨੇ ਨਵੀਂ ਗੱਡੀ ਆਊਗੀ ਜੀ ਚਲਾਉਣਗੇ, ਜਦੋਂ ਉਹ ਚਲਾਉਂਦੇ 6 ਮਹੀਨਿਆਂ ਬਾਅਦ ਉਹੀ ਗੱਡੀਆਂ ਉਹ ਵੇਚ ਰਹੇ ਨੇ। ਜਿਹੜੀ ਕੰਪਨੀਆਂ ਨੇ ਓਲਾ ਉਬਰ ਇਨ ਡਰਾਈਵਰ ਇਹ ਸਾਰੀ ਰਜਿਸਟਰਡ ਨੇ ਜਾਂ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ? ਨਹੀਂ ਜੀ ਨਹੀਂ, ਸਾਰੀਆਂ ਰਜਿਸਟਰ ਨਹੀਂ ਹੈਗੀਆਂ। ਹੁਣ ਤਾਂ ਵੈਸੇ ਸਾਰੀਆਂ ਅਨਰਜਿਸਟਰ ਵਰਗੀਆਂ ਹੋਈਆਂ ਪਈਆਂ। 10 ਤਰੀਕ ਤੋਂ ਲੈ ਕੇ 15 ਤਰੀਕ ਇੱਕ ਤੁਸੀਂ ਕਿਉਂ ਚੁਣੀ ਹੈ ਕਿ ਅਸੀਂ ਭੁੱਖ ਹੜਤਾਲ ਕਰਨੀ ਹੈ? ਕਿਉਂਕਿ ਅਗਰ ਤੁਹਾਨੂੰ ਦਿੱਕਤ ਪਹਿਲਾਂ ਸੀ, ਪਹਿਲਾਂ ਕਿਉਂ ਨਹੀਂ ਭੁੱਖ ਹੜਤਾਲ ਕਰਨੀ? ਪਰ ਜਿਹੜੇ ਕੁਝ ਡਰਾਈਵਰ ਤੁਹਾਡੇ ਚਲਾ ਰਹੇ ਨੇ ਅਜੇ ਵੀ 10,000 ਦੇ ਕਰੀਬ ਟਰਾਈ ਸਿਟੀ 'ਚ ਮੇਰੇ ਖਿਆਲ ਕੈਬ 'ਚ ਨੇ, ਪਰ ਬਾਕੀ ਜਿਹੜੇ ਚਲਾ ਰਹੇ ਹੋ ਕਹਿੰਦੇ ਅਸੀਂ ਤਾਂ ਕੰਮ ਕਰਨਾ, ਅਸੀਂ ਆਪਣੀ ਕਿੱਸਾਦਾਰੀਆਂ ਨੇ, ਅਸੀਂ ਨਾ ਹੜਤਾਲਾਂ ਕਰਕੇ ਕਰਨਾ ਕੀ ਹੈ? ਫਿਰ ਉਹ ਲੋਕ ਕੌਣ ਨੇ? ਸਰ ਇੱਦਾਂ ਹੈ, ਜਿਹੜੇ ਇਹ ਗੱਲ ਕਹਿ ਰਹੇ ਹੋ ਸਾਰੇ ਨਵੇਂ, ਠੀਕ ਹੈ। ਡਰਾਈਵਰਾਂ ਦਾ ਪਹਿਲਾਂ ਬਹੁਤ ਰੋਸ ਰਿਹਾ ਕਿ ਜਿਹੜੇ ਆਗੂ ਅੱਗੇ ਆ ਕੇ ਹੜਤਾਲ ਕਰਦੇ ਨੇ ਕਿ ਉਹੀ ਵਿਕ ਜਾਂਦੇ ਨੇ, ਉਹੀ ਕੰਪਨੀਆਂ ਕੋਲ ਆ ਕੇ ਆਪਣੇ ਗੋਡੇ ਟੇਕ ਜਾਂਦੇ ਨੇ। ਇਹ ਬਹੁਤ ਬੜੇ ਦੇ ਇਲਜ਼ਾਮ ਨੇ ਕਿ ਅਸੀਂ ਤਾਂ ਸਾਥ ਦਿੰਦੇ ਹਾਂ ਪਰ ਅੱਗੇ ਵਾਲੇ ਆਗੂ ਵਿਕ ਜਾਂਦੇ। ਇਹ ਕਿੰਨੀ ਸਹੀ ਹੈ? ਬਿਲਕੁਲ ਠੀਕ ਗੱਲ ਹੈ ਜੀ, ਤੁਹਾਡੀ ਗੱਲ ਇਹ ਸਾਡੇ ਡਰਾਈਵਰਾਂ ਦੀ ਵੱਲ ਗਈ ਜੀ, ਪਰ ਹੁਣ ਹਾਲਾਤ ਇੱਦਾਂ ਦੇ ਆ ਗਏ ਜੀ, ਨਾ ਤਾਂ ਕੰਪਨੀ ਨੇ 1 ਰੁਪਿਆ ਦੇਣਾ, ਕਿਉਂਕਿ ਓਲਾ ਉਬਰ ਤਾਂ ਪਹਿਲਾਂ ਹੀ ਜਿਹੜਾ 3 ਕਰੋੜ ਰੁਪਇਆ ਸਰਕਾਰ ਦਾ ਚੰਡੀਗੜ੍ਹ ਪ੍ਰਸ਼ਾਸਨ ਦਾ ਉਹਨਾਂ ਨੇ ਦੇਣਾ 2018 ਰਹੋਗੇ ਇਹਨਾਂ ਦੇ ਆਗੂ ਬਣ ਕੇ। ਹੁਣ 10 ਤਰੀਕ ਤੋਂ ਲੈ ਕੇ 15 ਅਗਸਤ ਤੱਕ ਹੁਣ ਟਰਾਈ ਸਿਟੀ ਦੇ ਵਿੱਚ ਕੈਬ ਜਿਹੜੀਆਂ ਬੰਦ ਰਹਿਣਗੀਆਂ। ਟਰੈਕ ਕਰ ਦਿੱਤੀ ਹੈ ਡਰਾਈਵਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ। 25 ਸੈਕਟਰ ਰੈਲੀ ਗਰਾਊਂਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੈਬ ਡਰਾਈਵਰ ਆਪਣੀਆਂ ਗੱਡੀਆਂ ਬੰਦ ਕਰਕੇ ਬੈਠੇ ਨੇ ਭੁੱਖ ਹੜਤਾਲ 'ਤੇ। ਤਾਂ ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਤੁਹਾਡੀ ਮੰਗਾਂ ਕੀ ਨੇ ਕਿ ਜਿਹੜੀ ਤੁਹਾਨੂੰ ਭੁੱਖ ਹੜਤਾਲ ਕਰਨੀ ਪੈਗੀ? ਕਿਉਂਕਿ 10-12 ਸਾਲ ਹੋ ਗਏ ਕੈਬ ਚੱਲਦਿਆਂ ਹੋਇਆਂ, ਪਰ ਅਜੇ ਤੱਕ ਤੁਸੀਂ ਬਾਰ-ਬਾਰ ਸੰਘਰਸ਼ ਕਰਦੇ ਹੋ, ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ। ਸਰ ਸਾਡੀ ਇੱਕੋ ਹੀ ਮੰਗ ਹੈ ਜੀ, ਸਾਡਾ ਰੇਟ ਸੈੱਟ ਹੋਣਾ ਚਾਹੀਦਾ ਹੈ, ਡੀਕਰੀਜ਼ ਨਹੀਂ ਹੋਣਾ ਚਾਹੀਦਾ। 2018 'ਚ ਸਾਡੇ 30 ਰੁਪਏ CNG ਸੀ, ਸਾਡਾ ਰੇਟ 25 ਰੁਪਏ ਕਿਲੋਮੀਟਰ ਸੀ। ਅੱਜ ਸਾਡੀ CNG 90 ਰੁਪਏ 92 ਰੁਪਏ ਹੋ ਗਈ, ਸਾਡਾ ਰੇਟ 8 ਰੁਪਏ ਕਿਲੋਮੀਟਰ ਹੋ ਗਿਆ। 8 ਰੁਪਏ ਤਾਂ ਸਾਨੂੰ ਆਪ ਨੂੰ ਨਹੀਂ ਪੈਂਦੀ ਜੀ ਗੱਡੀ, 9 ਰੁਪਏ ਦਾ ਕਿਲੋਮੀਟਰ ਅਸੀਂ ਆਪਣੀ ਜੇਬ 'ਚ ਪਾ ਕੇ ਗੱਡੀ ਚਲਾ ਰਹੇ ਹਾਂ, ਫਿਰ ਕਿਉਂ ਚਲਾਈਏ? ਇਸੇ ਕਰਕੇ ਅਸੀਂ ਬੰਦ ਕਰ ਰਹੀ ਹਾਂ ਜੀ, ਹੜਤਾਲ ਕਰਤੀ। ਲਗਾਤਾਰ ਜਿਹੜੀਆਂ ਗੱਡੀਆਂ ਨਵੀਆਂ ਵੀ ਪੈ ਰਹੀਆਂ ਨੇ, ਫਿਰ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਤੁਸੀਂ ਜਾਗਰੂਕ ਕਰਦੇ ਹੋ ਕਿ ਬਾਰ-ਬਾਰ ਜਿਹੜੇ ਪੁਰਾਣੇ ਡਰਾਈਵਰ ਨੇ ਹਟੀ ਜਾਂਦੇ, ਨਵੀਆਂ ਗੱਡੀਆਂ ਪੈ ਰਹੀਆਂ ਨੇ? ਉਹ ਜਾਗਰੂਕ ਇਹ ਹੈ ਜੀ, ਉਹ ਕੰਪਨੀਆਂ ਦੇ ਲਾਲਚ ਆ ਜਾਂਦੇ ਆ, ਲੋਕਾਂ ਦੀ ਐਡਾਂ ਦੇਖ ਲੈਂਦੇ ਆ ਕਿ 40,000 ਰੁਪਏ ਮਹੀਨਾ ਕਮਾਓ, 40-50,000 ਮਹੀਨਾ ਕਮਾਓ। ਜਦੋਂ ਕਮਾਓ ਕਰਦੇ ਆ ਉਹ 45,000 ਦੀ ਰਾਈਡ ਤਾਂ ਕਹਿ ਤਾਂ ਦਿੰਦੇ ਕਿ ਲਾਲਚ, ਪਰ ਉਹ ਇਹ ਨਹੀਂ ਦੇਖਦੇ ਉਹ 'ਚ CNG ਕਿੰਨੀ ਲੱਗੂ, ਟੈਕਸ ਕਿੰਨੇ ਲੱਗਣਗੇ, ਸਟੇਟ ਟੈਕਸ ਕਿੰਨਾ ਹੈ, ਔਰ ਕਿੰਨੇ ਕਿਲੋਮੀਟਰ ਗੱਡੀ ਚੱਲੂਗੀ ਰੋਜ਼। ਜਿਹੜੀ ਗੱਡੀ 8 ਘੰਟੇ ਅਸੀਂ 2 ਸਾਲ ਪਹਿਲਾਂ 8 ਘੰਟੇ ਚਲਾ ਕੇ ਆਪਦਾ ਘਰ ਦਾ ਪਰਿਵਾਰ ਦਾ ਰੁਜ਼ਗਾਰ ਚੱਲਦੇ ਸੀ, ਅਸੀਂ ਕਿਤੇ ਘੁੰਮਣ ਵੀ ਜਾਂਦੇ ਸੀ ਆਪਣੇ ਬੱਚਿਆਂ ਨਾਲ, ਇੰਜੋਏ ਵੀ ਕਰੀ ਜ਼ਿੰਦਗੀ ਅਸੀਂ ਜੀ ਰਹੇ ਸੀ, ਉਹ ਅੱਜ ਅਸੀਂ 18 ਘੰਟੇ ਕਰਕੇ ਵੀ 5 ਪੈਸੇ ਨਹੀਂ ਕਮਾ ਪਾ ਰਹੇ ਜੀ। ਉਹਨੇ 18 ਘੰਟੇ ਜੌਬ ਕਰਕੇ ਇੱਕ ਟਾਈਮ 8 ਘੰਟੇ ਦੀ ਲਿਮਟ ਹੈ ਜੀ 12 ਘੰਟੇ ਦੀ, ਫਿਰ ਵੀ ਅਸੀਂ 18 ਘੰਟੇ ਗੱਡੀ ਚਲਾ ਰਹੇ ਹਾਂ ਜੀ। ਕੰਪਨੀ ਵਾਲੇ ਤਾਂ ਕਹਿ ਰਹੇ ਨੇ ਬਾਰ-ਬਾਰ ਕਿ ਸਾਡੇ ਕੋਲ ਤਾਂ ਕਈ ਲੋਕ ਪਾਰਟ ਟਾਈਮ ਕੰਮ ਕਰਕੇ ਵੀ ਲੱਖਾਂ ਰੁਪਏ ਕਮਾ ਰਹੇ ਨੇ ਕਿ ਡਰਾਈਵਰ ਕੁਛ ਨਹੀਂ ਹੈ ਕਿ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਮੈਂ ਕਹਿ ਰਿਹਾ ਜੀ, ਜਿਹੜੀ ਮੈਂ ਉਹੀ ਤੁਹਾਨੂੰ ਸਮਝਾ ਰਿਹਾ ਜੀ, ਜਿਹੜੇ ਬੰਦੇ ਨੇ ਗੱਡੀ ਪਾਈ ਹੋਈ ਹੈ, ਉਹਨੇ ਓਲਾ ਉਬਰ ਚਲਾਈ ਹੈ ਜਾਂ ਕਿਸੇ ਵੀ ਐਪਲੀਕੇਸ਼ਨ 'ਤੇ ਲਾਈ ਹੈ, ਉਹਦੇ ਨਾਲ ਜ਼ਿਆਦਾ ਜਿਹੜਾ ਦਿਹਾੜੀ ਵਾਲਾ ਬੰਦਾ ਦਿਹਾੜੀ ਦੇ ਕਰਦਾ ਨਾ ਜੀ, ਉਹਦੇ ਸਿਰ 'ਤੇ ਲਾਇਬਿਲਟੀ ਤਾਂ ਨਹੀਂ। ਗੱਡੀ ਸਾਡੀ ਨਹੀਂ, ਅਸੀਂ ਕਿਸ਼ਤਾਂ 'ਤੇ ਹਾਂ ਜੀ, ਠੀਕ ਹੈ ਜੀ, ਟੈਕਸ ਅਸੀਂ ਭਰਨਾ ਹੈ। ਸਿਰ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਦਾ, ਸਾਹਿਬ ਮੁਹਾਲੀ ਪ੍ਰਸ਼ਾਸਨ ਦਾ ਜਾਂ ਪੰਚਕੂਲਾ ਪ੍ਰਸ਼ਾਸਨ ਦਾ ਇੰਨਾ ਡਰ ਹੈ ਕਿ ਚਲਾਨ ਨਾ ਹੋ ਜੇ। ਚਲਾਨ ਵੀ ਇੰਨਾ ਹੈ ਕਿ ਅਸੀਂ 10 ਦਿਨ ਕਮਾ ਕੇ ਵੀ ਚਲਾਨ ਨਹੀਂ ਭਰ ਸਕਦੇ ਇੰਨੇ, ਠੀਕ ਹੈ ਜੀ। ਹਰ ਚੀਜ਼ ਦੇ ਵਿੱਚ ਸਾਡੇ 'ਤੇ ਮਾਰ ਹੈ ਜੀ। ਉਹ ਜਿਹੜੀ ਗੱਡੀ ਚਲਾਉਣ ਦੇ ਜਿਹੜੀ ਸਾਡੀ ਉਹ ਕਹਿੰਦੇ ਨੇ ਨਵੀਂ ਗੱਡੀ ਆਊਗੀ ਜੀ ਚਲਾਉਣਗੇ, ਜਦੋਂ ਉਹ ਚਲਾਉਂਦੇ 6 ਮਹੀਨਿਆਂ ਬਾਅਦ ਉਹੀ ਗੱਡੀਆਂ ਉਹ ਵੇਚ ਰਹੇ ਨੇ। ਹੁਣ 2023 ਮਾਡਲ ਔਰਾ, ਡਿਜ਼ਾਇਰ, ਨਵੀਂ ਵੈਗਨਰ, ਜਿਹੜੀ ਵੀ ਨਵੀਂ ਗੱਡੀ ਹੈ ਜੀ 22 ਸਾਰੀ 23 ਮਾਡਲ ਸਾਰੀਆਂ ਵਿਕਾਊ ਹੈ ਜੀ, ਕਿਉਂਕਿ ਉਹਨਾਂ ਨੇ 8 ਮਹੀਨੇ 6 ਮਹੀਨੇ ਚਲਾ ਕੇ ਦੇਖ ਲਿਆ ਵੀ ਇਹ ਤਾਂ ਸਾਡੇ ਪੱਲੋਂ ਲੈ ਗਈਆਂ। ਕੋਈ 20,000 ਨਹੀਂ ਆਇਆ, ਕੋਈ 30,000 ਨਹੀਂ ਆਇਆ। ਜੇ ਕਿਸ਼ਤ ਜਾਂਦੀ ਹੈ ਤਾਂ ਘਰ ਦਾ ਖਰਚਾ ਨਹੀਂ ਹੁੰਦਾ, ਜੇ ਘਰ ਦੇ ਖਰਚੇ 'ਚ ਪਾਉਂਦੇ ਤਾਂ ਕਿਸ਼ਤ ਟੁੱਟ ਜਾਂਦੀ ਹੈ। ਅੱਛਾ, ਜਿਹੜੀ ਕੰਪਨੀਆਂ ਨੇ ਓਲਾ ਉਬਰ ਇਨ ਡਰਾਈਵਰ ਇਹ ਸਾਰੀਆਂ ਰਜਿਸਟਰਡ ਨੇ ਜਾਂ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਦਾ? ਨਹੀਂ ਜੀ ਨਹੀਂ, ਸਾਰੀਆਂ ਰਜਿਸਟਰ ਨਹੀਂ ਹੈਗੀਆਂ। ਹੁਣ ਤਾਂ ਵੈਸੇ ਸਾਰੀਆਂ ਅਨਰਜਿਸਟਰ ਵਰਗੀਆਂ ਹੋਈਆਂ ਪਈਆਂ। 2017 ਦੀ ਪਾਲਿਸੀ ਸੀਗੀ, ਉਦੋਂ ਦੇ ਲਾਇਸੈਂਸ ਹੈਗਾ ਨਾ, ਲਾਇਸੈਂਸ ਫੀਸ ਇਹਨਾਂ ਨੇ ਦੁਬਾਰਾ ਭਰੀ ਨਹੀਂ, ਹੁਣ ਤੱਕ ਨਹੀਂ ਭਰੀ, ਨਾ ਓਲਾ ਨੇ ਭਰੀ ਨਾ ਉਬਰ ਨੇ ਭਰੀ ਆ। ਤੇ ਹੁਣ ਜਿਹੜੀ ਇਨ ਡਰਾਈਵਰ ਆ ਉਹ ਤਾਂ ਬਿਲਕੁਲ ਹੀ ਇਲੀਗਲ ਹੈ। ਹੁਣ ਚੰਡੀਗੜ੍ਹ ਦੇ ਵਿੱਚ ਅਗਰ ਕਿਸੇ ਗੱਡੀ ਦੇ ਕਾਗਜ਼ ਨਾ ਹੋਣ, ਚੰਡੀਗੜ੍ਹ ਪੁਲਿਸ ਚਲਾਨ ਕਰ ਦਿੰਦੀ ਹੈ, ਪ੍ਰਸ਼ਾਸਨ ਵੱਡੀ ਕਾਰਵਾਈ ਕਰਦਾ ਹੈ ਕਿ ਕਿਆ ਗੱਲ ਕਿ ਇਹਨਾਂ ਕੰਪਨੀਆਂ ਨੂੰ ਦਿਸਦੀਆਂ, ਪ੍ਰਸ਼ਾਸਨ ਨੂੰ ਕਿਆ ਲੱਗਦਾ? ਫਿਰ ਸਭ ਤੋਂ ਵੱਡੀ ਪ੍ਰੋਬਲਮ ਹੀ ਇਹੀ ਹੈ ਨਾ ਜੀ, ਕਿਉਂ ਕੰਪਨੀਆਂ ਨੂੰ ਹਰ ਜਗ੍ਹਾ ਦੇ ਉੱਤੇ ਅਸੀਂ ਉਹ ਦਿਖਦੇ ਆ, ਚਲਾਨ ਕਰਨ ਵਜੋਂ ਵੀ ਅਸੀਂ ਦਿਖਦੇ ਹੈਗੇ ਆ, ਠੀਕ ਹੈ। ਕੋਈ ਜੇ ਗੱਲਬਾਤ ਹੋ ਜਾਂਦੀ ਹੈ ਉਸ ਵਜੋਂ ਵੀ ਅਸੀਂ ਦਿਖਦੇ ਆ। ਜੋ ਜੱਥੇ ਕੀ ਇਹਨਾਂ ਨੂੰ ਜਦੋਂ ਸਾਨੂੰ ਮਿਲਵਾਇਆ ਸੀ ਇਹਨਾਂ ਨੇ ਆਪਸ ਵਿੱਚ ਕਿ ਹਾਂ ਵੀ ਅਸੀਂ ਰਿਸਪੌਂਸੀਬਲ ਹਾਂ ਤੁਹਾਡੇ, ਇਹਨਾਂ ਨੇ 5 ਲੱਖ ਰੁਪਏ ਸਿਕਿਉਰਿਟੀ ਡਿਪੋਜ਼ਿਟ ਭਰਵਾਇਆ ਕੰਪਨੀਆਂ ਕੋਲੋਂ, ਔਰ ਰਿਸਪੌਂਸੀਬਲ ਹੋ ਕੇ ਭਰਵਾਇਆ ਸੀ ਨਾ। ਤੇ ਉਸ ਤੋਂ ਬਾਅਦ ਇਹ ਸਾਡੀ ਹੁਣ ਬਿਲਕੁਲ ਪੁੱਛ ਕਿਉਂ ਨਹੀਂ ਕਰ ਰਹੀਆਂ? ਜੋ ਤੁਸੀਂ ਵਿੱਚ ਬਹਿ ਕੇ ਗੱਲਬਾਤ ਕੀਤੀ ਹੈ ਪਹਿਲਾਂ ਸ਼ੁਰੂ 'ਚ, ਉਦੋਂ ਵੱਡੇ ਸਰਕਾਰ ਨੇ ਵੀ ਉਹ ਤਾਂ ਦਿਖਾਤੇ ਕਿ ਹਾਂ ਵੀ ਤੁਸੀਂ ਕਰੋੜਾਪਤੀ ਹੋ ਜਾਓਗੇ, ਤੇ ਕੰਪਨੀਆਂ ਨੇ ਵੀ ਦਿਖਾਤੇ। ਉਹ ਤਾਂ ਹੁਣ ਵੀ ਝੂਠ ਬੋਲੀ ਜਾਂਦੇ, ਜਿਹੜੇ ਨਵੇਂ ਬੰਦੇ ਵਿਚਾਰੇ IT ਕੰਪਨੀ ਛੱਡ ਕੇ ਜੁੜੀ ਜਾਂਦੇ ਆ। ਜਦੋਂ ਉਹ ਥੋੜ੍ਹੇ ਪੁਰਾਣੇ ਹੁੰਦੇ ਹੈਗੇ ਆ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਕੀ ਹਾਲ ਹੈਗਾ। ਨਵਾਂ ਬੰਦਾ ਕੰਮ ਵੱਧ ਕਰਦਾ,
ਠੀਕ ਹੈ। ਉਹ ਕਿਸੇ ਨਾਲ ਮਿਲਦਾ ਨਹੀਂ, ਕੋਈ ਗੱਲ ਨਹੀਂ ਕਰਦਾ। ਨਵੀਂ ਗੱਡੀ ਐਵਰੇਜ ਵੱਧ ਹੁੰਦੀ ਆ, ਨਾ ਉਹਦੀ ਮੇਨਟੇਨੈਂਸ ਆ, ਨਾ ਹੀ ਪਤਾ ਲੱਗਦੀ ਆ। ਜਦੋਂ ਮੇਨਟੇਨੈਂਸ 2 ਸਾਲ ਬਾਅਦ ਆਉਂਦੀ ਆ ਪਤਾ ਲੱਗਦਾ ਹੈ, ਉਸ ਟਾਈਮ ਫਿਰ ਉਹ ਡਰਾਈਵਰ ਬਣ ਜਾਂਦਾ ਆ। ਨਵੇਂ ਤੁਸੀਂ ਕਹਿੰਦੇ ਨਵੀਂ ਗੱਡੀ ਕਿਉਂ ਇੰਨੀ ਆ ਰਹੀ, ਨਵੀਂ ਗੱਡੀ ਇਸ ਵਜ੍ਹਾ ਨਾਲ ਆ ਰਹੀ ਆ। ਘਰ ਦੇ ਕਹਿ ਦਿੰਦੇ ਆ, ਫੇਸਬੁੱਕ 'ਤੇ ਦੇਖ ਲਓ, ਦੇਖੋ ਆਨਲਾਈਨ ਜ਼ਮਾਨਾ ਸਾਰਾ ਕੁਝ। ਅਗਲਾ ਆਨਲਾਈਨ ਸਾਰੀ ਇਹ ਦੇਖ ਲੈਂਦਾ ਕਿ ਹਾਂ ਵੀ ਇੱਥੇ ਬਹੁਤ ਕੰਮ ਦਿਖ ਰਿਹਾ, ਕਿ ਹਾਂ ਵੀ ਕਹਿੰਦੇ ਜੀ ਦੇਖੋ ਕੋਈ ਕਾਮੇਡੀ ਵੀ ਬਣਦੀ ਆ, ਉਹ ਵੀ ਕਹਿੰਦੇ ਕੈਬ 'ਤੇ ਬਣ ਜਾਂਦੇ ਕਿ ਜੀ ਬਹੁਤ ਪੈਸੇ ਆ, ਬਹੁਤ ਪੈਸੇ ਆ। ਉਹਦੇ ਚੱਕਰਾਂ ਵਿੱਚ ਚੰਗੀਆਂ ਨੌਕਰੀਆਂ ਛੱਡ ਕੇ ਲੋਕੀ ਕੈਬ ਦੇ ਵਿੱਚ ਆਏ ਆ, ਤੇ ਉਹ ਅੱਜ ਉਹ ਬਰਬਾਦ ਹੋ ਰਹੇ ਆ। ਕਿਸ ਕਰਕੇ ਕਿ ਪ੍ਰਸ਼ਾਸਨ ਇਹਨਾਂ ਦੇ ਆਪਸ ਦੀ ਕੋਈ ਮਿਲੀ ਭਗਤ ਕਰਕੇ ਸਾਡੀ ਗੱਲਾਂ ਕੰਪਨੀਆਂ ਕੋਲੋਂ ਨਹੀਂ ਮਨਵਾਉਂਦਾ, ਜੋ ਕਿ ਸਾਡੇ ਜਾਇਜ਼ ਹੱਕ ਆ। ਨਜਾਇਜ਼ ਇੱਕ ਵੀ ਨਹੀਂ ਹੈਗਾ। ਜੇ ਇੱਕ ਵੀ ਸਾਡਾ ਨਜਾਇਜ਼ ਹੱਕ ਹੋਏਗਾ ਜੀ ਕੋਈ ਵੀ ਮੰਗ ਨਹੀਂ ਲਵਾਂਗੇ। ਹੋਰ ਦੱਸੋ। 10 ਤਰੀਕ ਤੋਂ ਲੈ ਕੇ 15 ਤਰੀਕ ਤੁਸੀਂ ਕਿਉਂ ਚੁਣੀ ਹੈ ਕਿ ਅਸੀਂ ਭੁੱਖ ਹੜਤਾਲ ਕਰਨੀ ਹੈ? ਕਿਉਂਕਿ ਅਗਰ ਤੁਹਾਨੂੰ ਦਿੱਕਤ ਪਹਿਲਾਂ ਸੀ, ਪਹਿਲਾਂ ਕਿਉਂ ਨਹੀਂ ਭੁੱਖ ਹੜਤਾਲ ਕਰੀ? ਸਰ ਦੇਖੀਏ, ਸਾਡੇ ਪਹਿਲਾਂ ਵੀ ਮੁੱਲਾਪੁਰ ਵੀ ਸਾਡੇ ਕਿਸੇ ਡਰਾਈਵਰ ਦੀ ਹੱਤਿਆ ਹੋ ਗਈ ਸੀ ਜੀ। ਉਹਦੇ 'ਚ ਸਾਡੇ ਜਿਹੜਾ ਕਸਟਮਰ ਆਉਂਦਾ ਜੀ, ਉਹ 'ਚ ਸੇਫਟੀ ਨਹੀਂ ਹੈ। ਕਮਿਸ਼ਨ ਜ਼ਿਆਦਾ ਕੱਟਦੇ ਆ ਜੀ, 40-50% ਕੱਟ ਰਹੇ ਆ, ਸਾਨੂੰ ਕੁਝ ਬਚ ਹੀ ਨਹੀਂ ਰਿਹਾ। ਅਸੀਂ ਚਾਹੁੰਦੇ ਹਾਂ ਕਿ ਜਦੋਂ ਕੰਪਨੀ ਐਗਰੀਗੇਟਰ ਪਾਲਿਸੀ ਦੇ ਵਿੱਚ ਲਿਖਿਆ ਹੈ ਕਿ ਕੋਈ ਵੀ ਕੰਪਨੀ ਐਗਰੀਗੇਟਰ ਲਾਇਸੈਂਸ ਲਊਗੀ, ਤਾਂ ਉਹ ਲਾਇਸੈਂਸ ਪਹਿਲੀ ਗੱਲ ਤਾਂ ਜਿਹੜਾ ਲਾਇਸੈਂਸ ਲੈ ਰਹੀ ਹੈ, ਜਿਹਨੂੰ ਓਲਾ ਉਬਰ ਦੀ ਗੱਲ ਕਰ ਰਿਹਾ ਮੈਂ, 2 ਹੀ ਲਾਇਸੈਂਸ ਹੈ ਚੰਡੀਗੜ੍ਹ ਦੇ ਵਿੱਚ। ਉਹ ਕੋਈ ਵੀ ਡਰਾਈਵਰ ਅਟੈਚ ਕਰੂਗੀ, ਉਹ ਡਰਾਈਵਰ ਜਦੋਂ ਹੀ ਅਟੈਚ ਕਰੂਗੀ ਪਹਿਲੀ ਰਾਈਡ ਤੇ ਉਹਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਤੇ 10 ਲੱਖ ਦਾ ਟਰਮ ਇੰਸ਼ੋਰੈਂਸ ਹੋਊਗਾ। ਜਿਹੜੀ ਕੱਲ ਨੂੰ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤਾਂ ਉਹਦੇ ਨੋਮਨੀ ਨੂੰ ਮਿਲ ਜੂਗਾ ਜੀ। ਉਹ ਹੈ ਹੀ ਨਹੀਂ ਕਿਸੇ ਦਾ, ਅੱਜ ਤਾਈਂ ਨਹੀਂ ਕਰਾਇਆ। ਕਿਉਂ ਨਹੀਂ ਕਰਾਇਆ, ਕਿਉਂ ਨਹੀਂ ਹੋ ਰਿਹਾ? ਇਹਦੇ ਬਾਰੇ ਡੰਡਾ ਪ੍ਰਸ਼ਾਸਨ ਦਊਗਾ ਜੀ, ਕਿਉਂਕਿ ਪਾਲਿਸੀ ਤਾਂ ਸੈਂਟਰ ਸਰਕਾਰ ਨੇ ਬਣਾਈ ਹੈ, ਲਾਗੂ ਹੈ ਸਟੇਟ ਨੇ ਕਰਾਣੀ ਹੈ, ਤੇ ਸਟੇਟ ਉਹਨਾਂ ਨੂੰ ਕਿਉਂ ਨਹੀਂ ਲਾਗੂ ਕਰਾ ਰਹੀ? ਜੇ ਉਹ ਨੋਟਿਸ ਨਹੀਂ ਮੰਨ ਰਹੇ ਤੁਸੀਂ ਕੋਰਟ 'ਚ ਜਾਓ, ਜੇ ਨਹੀਂ ਮੰਨਦੀ ਤਾਂ ਫਿਰ ਲਾਇਸੈਂਸ ਰੱਦ ਕਰੋ ਉਹਨਾਂ ਦਾ, ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ। ਇਹ ਡਰਾਈਵਰ ਅਨਲੀਗਲ ਹੈ? ਇਲੀਗਲ ਹੈ ਜੀ। ਲਾਇਸੈਂਸ ਡਰਾਈਵਰ ਚਲਾਉਂਦੇ ਕਿਉਂ ਨੇ? ਡਰਾਈਵਰ ਇਸ ਲਈ ਚਲਾਉਂਦੇ ਜੀ, ਓਲਾ ਉਬਰ 'ਚ ਮੰਨ ਲਓ ਰਾਈਡ ਪਈ ਜੀ, ਠੀਕ ਹੈ। ਜੇ ਓਲਾ ਉਬਰ 'ਤੇ ਰਾਈਡ ਪਈ, ਕਸਟਮਰ ਕੰਪਲੇਂਟ ਕਰ ਦਿੰਦਾ ਜੀ, ਮੰਨ ਲਓ ਇੱਥੇ ਲੋਕੇਸ਼ਨ ਪਾਤੀ ਉਹਨੇ, ਉਹ ਕਹਿੰਦਾ ਜੀ ਮੈਨੂੰ ਐਂ ਕਰੋ, ਤੁਸੀਂ ਸਾਡੀ ਸੁਸਾਇਟੀ ਦੀ ਲੋਕੇਸ਼ਨ ਹੈ ਅੰਦਰ ਤੱਕ ਛੱਡ ਕੇ ਆਓ। ਅਸੀਂ ਉਹਨੂੰ ਕਸਟਮਰ ਨੂੰ ਕਹਿੰਦੇ ਆ ਕਿ ਐਂ ਜੀ ਤੁਸੀਂ ਲੋਕੇਸ਼ਨ ਅਪਡੇਟ ਕਰ ਦਿਓ, ਵੀ ਜੇ ਲੋਕੇਸ਼ਨ ਅਪਡੇਟ ਕਰੋਗੇ ਤੁਹਾਡੇ 5 ਰੁਪਏ ਜਾਂ 10 ਰੁਪਏ ਵਧਣਗੇ, ਉਹ ਤੁਸੀਂ ਸਾਨੂੰ ਦੇ ਦਿਓ, ਅਸੀਂ ਉੱਥੇ ਦੇ ਦਾਂਗੇ। ਕਹਿੰਦਾ ਨਹੀਂ ਤੁਸੀਂ ਮੇਰੇ ਨਾਲ ਬਦਤਮੀਜ਼ੀ ਕਰ ਰਹੇ ਹੋ, ਮੈਂ ਤਾਂ ਹੀ ਲੈ ਕੇ ਜਾਊਂਗਾ। ਉਹ ਮੈਂ ਤਾਂ ਸੁਸਾਇਟੀ 'ਤੇ ਪਾਇਆ, ਸੁਸਾਇਟੀ ਦੇ ਘਰੇ ਨਹੀਂ ਛੱਡ ਕੇ ਆਉਂਗੇ, ਇਹ ਨਹੀਂ ਕਰੋਗੇ, ਮੇਰੀ ਟੈਚ ਹੀ ਨਹੀਂ ਉਤਾਰੋਗੇ। ਅਸੀਂ ਕੈਬ ਸਰਵਿਸ ਦੇ ਰਹੇ ਹਾਂ, ਲਗਜ਼ਰੀ ਸਰਵਿਸ ਦੇ ਰਹੇ ਹਾਂ, ਅਸੀਂ ਕੂਲੀ ਨਹੀਂ ਹੈ ਸਰ। ਅਸੀਂ ਆਪਣੀ ਟੈਕਸੀ ਦੇ ਵਿੱਚ ਤੁਹਾਡਾ ਸਮਾਨ ਚੱਕ ਕੇ 2nd ਫਲੋਰ ਤੋਂ ਥੱਲੇ ਨਹੀਂ ਲਾ ਕੇ ਲਿਆਵਾਂਗੇ, ਤੁਸੀਂ ਰੱਖੋਗੇ, ਤੁਸੀਂ ਉਤਾਰੋਗੇ। ਜਦੋਂ ਤੁਸੀਂ ਰੇਲਵੇ ਸਟੇਸ਼ਨ ਤੋਂ ਜਾਂ 에ਅਰਪੋਰਟ ਤੋਂ ਉਤਰਦੇ ਹੋ, ਟਰਾਲੀ ਤੇ ਲੈ ਕੇ ਆਉਂਦੇ ਹੋ ਨਾ ਸਮਾਨ, ਕਿ ਜਦੋਂ ਸਾਡੀ ਕੈਬ ਆ ਜਾਂਦੀ ਉਦੋਂ ਤੁਹਾਡੇ ਹੱਥ ਟੁੱਟ ਜਾਂਦੇ ਨੇ। ਪਤਾ ਨਹੀਂ, ਜਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਰੱਖ ਨਹੀਂ ਸਕਦੇ, ਉਦੋਂ ਤੁਸੀਂ ਕਹਿੰਦੇ ਸਾਡੇ ਕੂਲੀ ਬਣੋ, ਔਰ ਘਰੇ ਵੀ 2nd ਫਲੋਰ ਤੋਂ ਛੱਡ ਕੇ ਆਓ। ਸਾਡੇ ਤੇ ਰੋਮ ਮਾਰ ਕੇ ਗੱਲ ਕੀਤੀ ਜਾਂਦੀ ਹੈ। ਔਰ ਅਗਰ ਅਸੀਂ ਬਾਤ ਗੱਲ ਕਹਿੰਦੇ ਹਾਂ ਵੀ ਡਿਨਾਈ ਕਰਦੇ ਹਾਂ ਗੱਲ ਨੂੰ, ਤੇ ਉਹ ਕਸਟਮਰ ਕੇਅਰ ਤੇ ਕੰਪਲੇਂਟ ਪਾ ਦਿੰਦੇ ਜੀ ਡਰਾਈਵਰ ਬਦਤਮੀਜ਼ੀ ਕਰ ਰਿਹਾ ਸੀ, ਜਾਂ ਡਰਾਈਵਰ ਨੇ ਮੈਨੂੰ ਲੋਕੇਸ਼ਨ ਤੇ ਨਹੀਂ ਛੱਡਿਆ। ਉਹ ਸਾਡੇ ਨਾਲ ਗੱਲ ਨਹੀਂ ਕਰਦੇ ਜੀ। ਕੋਈ ਕੰਪਨੀ ਵਾਲਾ ਡਰਾਈਵਰ ਦੀ ਸੁਣਵਾਈ ਹੋਈ ਨਾ ਕੰਪਨੀਆਂ 'ਚ? ਮੈਂ ਉਹੀ ਦੱਸਦਾ ਨਹੀਂ, ਕੰਪਨੀ ਵਾਲੇ ਕੋਈ ਸਾਨੂੰ ਫੋਨ ਨਹੀਂ ਕਰਦੇ। ਅਸੀਂ ਰਾਤ ਨੂੰ ਆਪਣੀ ਰਾਈਡ ਲਗਾ ਕੇ ਸੋ ਜਾਂਦੇ ਹਾਂ, ਸਵੇਰੇ ਉੱਠਦੇ ਹਾਂ ਤਾਂ ਦੇਖਦੇ ਹਾਂ ਜੀ ਉਹ ਸਾਡੀ ਬਲੌਕ ਕੀਤੀ ਪਈ ਹੁੰਦੀ ਹੈ ਕਿ ਬੰਦ ਹੋ ਗਈ ਜੀ। ਹੁਣ ਜਿਹੜੀ ਬੰਦ ਹੋ ਗਈ, ਅਸੀਂ ਉਸੇ ਤੋਂ ਰੋਜ਼ਾਨਾ ਚਲਾ ਰਹੇ ਹਾਂ ਜੀ। ਆਪਦਾ ਓਲਾ ਤੇ ਚਲਾ ਰਹੇ ਹਾਂ, ਉਬਰ ਤੇ ਚਲਾ ਰਹੇ ਹਾਂ, 2 ਹੀ ਲੀਗਲ ਹੈ, ਦੋਨੋਂ ਬੰਦ ਹੋ ਗਈਆਂ, ਠੀਕ ਹੈ ਜੀ। ਜੇ ਬੰਦ ਹੋ ਗਿਆ ਤਾਂ ਫਿਰ ਅਸੀਂ ਤੀਸਰੀ ਕਿਹੜੀ ਚਲਾਵਾਂਗੇ? ਇਲੀਗਲ ਵਾਲੀ। ਪਰ ਜਿਹੜੇ ਕੁਝ ਡਰਾਈਵਰ ਤੁਹਾਡੇ ਚਲਾ ਰਹੇ ਨੇ ਅਜੇ ਵੀ, ਕਿਉਂਕਿ 10,000 ਦੇ ਕਰੀਬ ਟਰਾਈ ਸਿਟੀ 'ਚ ਮੇਰੇ ਖਿਆਲ ਕੈਬ 'ਚ ਨੇ, ਪਰ ਬਾਕੀ ਜਿਹੜੇ ਚਲਾ ਰਹੇ ਹੋ ਕਹਿੰਦੇ ਅਸੀਂ ਤਾਂ ਕੰਮ ਕਰਨਾ, ਅਸੀਂ ਆਪਣੀ ਕਿਸ਼ਤਾਂ ਤਾਰਨੀਆਂ ਨੇ, ਅਸੀਂ ਇਹਨਾਂ ਹੜਤਾਲਾਂ ਕਰਕੇ ਕਰਨਾ ਕੀ ਹੈ? ਫਿਰ ਉਹ ਲੋਕ ਕੌਣ ਨੇ? ਸਰ ਇੱਦਾਂ ਹੈ, ਜਿਹੜੇ ਇਹ ਗੱਲ ਕਹਿ ਰਹੇ ਉਹ ਸਾਰੇ ਨਵੇਂ ਹੈ, ਠੀਕ ਹੈ ਜੀ। ਉਹਨਾਂ ਦੀ ਕਿਸ਼ਤ ਦੇ ਪੈਸੇ ਟੁੱਟੇ ਹੋਏ ਨੇ, ਉਹ ਜੁੜ ਨਹੀਂ ਰਹੇ। ਜਦੋਂ ਸਾਲ ਬਾਅਦ ਉਹਨਾਂ ਦੀ ਦੁਬਾਰਾ ਪਾਸਿੰਗ ਆਊਗੀ, ਪਰਮਿਟ ਆਉਣਗੇ ਨਾ, ਤੇ ਉਹਨਾਂ ਨੂੰ ਪਾਸਿੰਗ ਤੇ ਪਰਮਿਟ, ਟਾਇਰ ਗੱਡੀ ਦੇ ਤੇ ਇੰਸ਼ੋਰੈਂਸ ਦੁਬਾਰਾ ਕਰਾਏ ਨਹੀਂ ਜਾਣੇ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ, ਮੈਂ ਵੀ ਸਾਲ ਵਾਲਾ ਹੀ ਹਾਂ। ਮੈਂ ਪਹਿਲਾਂ NCR ਦਿੱਲੀ ਦੇ ਵਿੱਚ ਜੌਬ ਕਰਦਾ ਸੀ, ਮੇਰੀ ਲੱਖ ਰੁਪਏ ਸੈਲਰੀ ਸੀ। ਮੈਂ ਇਸੇ ਵਿਖਾਵੇ 'ਚ ਆਨਲਾਈਨ ਦੇ ਕੇ ਲਾਈਨ 'ਚ ਜੁੜ ਗਿਆ, ਤੇ ਮੈਂ ਆਪਣਾ ਬੇੜਾ ਗਰਕ ਕਰ ਲਿਆ। ਤੇ ਆਹ ਹਾਲਾਤ ਆ ਤੁਹਾਡੇ ਸਾਹਮਣੇ, ਆ ਭੁੱਖ ਹੜਤਾਲ ਤੇ ਬੈਠਾ। ਤੁਹਾਡੇ ਤੇ ਇਲਜ਼ਾਮ ਵੀ ਬਹੁਤ ਲੱਗਣੇ ਨੇ ਕੰਪਨੀਆਂ ਵੱਲੋਂ, ਫਿਰ ਸਹਿਣ ਨੂੰ ਤਿਆਰ ਹੈ? ਸਰ ਉਹ ਤਾਂ ਇਲਜ਼ਾਮ ਤਾਂ ਮੈਨੂੰ ਤਾਂ ਲੱਗਦਾ ਜੀ ਸਾਡੇ ਪਹਿਲਾਂ ਤਾਂ ਪ੍ਰਸ਼ਾਸਨ ਹੀ ਸਾਡੇ ਤੇ ਪਰਚੇ ਪਾਊਗਾ, ਥ੍ਰੈਟ ਕਰਨ ਨੂੰ ਕਹੀ ਜਾਂਦੇ ਕਿ ਤੁਸੀਂ ਚੱਲੋ, ਇੱਥੋਂ ਬਹਿ ਨਹੀਂ ਸਕਦੇ। ਇਹ ਤਾਂ ਰੈਲੀ ਗਰਾਊਂਡ ਹੈ, ਇਹਦੇ 'ਚ ਬੈਠਣ ਵਾਸਤੇ ਛੂਟ ਹੈ ਕਿ ਹਾਂ ਇੱਥੇ ਇਸ ਪਿੱਛੇ ਵੀ ਛੂਟ ਦੇ ਰਹੇ। ਕੱਲ ਅਸੀਂ ਜਾ ਕੇ ਅਸੀਂ ਮੇਲ ਵੀ ਕਰ ਰੱਖੀ ਹੈ ਜੀ, ਗਵਰਨਰ ਸਾਹਿਬ ਨੂੰ ਵੀ ਕਰ ਰੱਖੀ ਹੈ, ਸਾਰੇ CM ਤਿੰਨਾਂ ਨੂੰ, CM ਦਿੱਲੀ, ਪੰਜਾਬ, ਹਰਿਆਣਾ ਨੂੰ ਵੀ ਕਰ ਰੱਖੀ ਹੈ, ਸਟੇਟ ਟਰਾਂਸਪੋਰਟ ਮਿਨਿਸਟਰਾਂ ਨੂੰ ਵੀ ਕਰ ਰੱਖੀ ਹੈ, ਸਟੇਟ ਡਿਪਾਰਟਮੈਂਟ ਨੂੰ ਵੀ ਕਰ ਰੱਖੀ ਹੈ, ਮੇਅਰ ਸਾਹਿਬ ਨੂੰ ਵੀ ਕਰ ਰੱਖੀ ਹੈ, ADC ਸਾਹਿਬ ਨੂੰ ਕੱਲ ਮਿਲ ਕੇ ਆਏ ਆ, DCP ਬਿਜਲੀ ਸਾਹਿਬ ਨੂੰ ਮਿਲ ਕੇ ਆਏ ਆ, ਉਹਨਾਂ ਨੂੰ ਮੈਮੋਰੰਡਮ ਦੇ ਆਏ ਕਿ ਅਸੀਂ ਬੈਠ ਰਹੇ ਜੀ। 7 ਤਰੀਕ ਨੂੰ ਅਸੀਂ ਪ੍ਰੈਸ ਕਾਨਫਰੰਸ ਵੀ ਦਿੱਤੀ ਹੈ, ਇਤਲਾਹ ਦਿੱਤੀ ਹੈ ਵੀ ਅਸੀਂ ਬੈਠ ਰਹੇ ਹਾਂ ਭੁੱਖ ਹੜਤਾਲ ਤੇ। ਉਸ ਤੋਂ ਬਾਅਦ ਹੁਣ ਜਦੋਂ ਅਸੀਂ ਬਹਿ ਗਏ ਜੀ, ਕੱਲ ਸਾਡੇ ਨਾਲ ਗੱਲ ਹੋਈ ਸੀ ਵੀ ਤੁਹਾਡਾ ਐਡਮਿਨਿਸਟ੍ਰੇਸ਼ਨ ਦਾ ਬੰਦਾ ਆਊਗਾ ਸਾਡਾ, ਜਿਹੜਾ ਤੁਹਾਡੇ ਡਿਪਾਰਟਮੈਂਟ ਨਾਲ ਰਿਲੇਟਡ ਹੈ, ਉਹ ਆ ਕੇ ਤੁਹਾਡੀ ਗੱਲ ਸੁਣੂਗਾ, ਤੁਹਾਨੂੰ ਠੀਕ ਲੱਗਦਾ ਹੋਇਆ ਤੁਸੀਂ ਆਪਦਾ ਫੈਸਲਾ ਲਿਓ। ਉਹ ਸਵੇਰ ਦੀ ਵੇਟ ਕਰ ਰਹੇ ਹਾਂ ਜੀ, ਕੋਈ ਨਹੀਂ ਆ ਰਿਹਾ, ਬਸ ਪੁਲਿਸ ਵਾਲੇ ਆ ਰਹੇ ਜੀ। ਪਹਿਲੀ ਗੱਲ ਤਾਂ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ, ਸਾਡੀ ਸੇਫਟੀ ਵਾਸਤੇ ਖੜਾ ਹੈ, ਅਸੀਂ ਮੰਨਦੇ ਹਾਂ।
ਅਸੀਂ ਤਾਂ ਫਿਰ ਵੀ ਪੱਖੇ ਥੱਲੇ ਬੈਠੇ ਆ, ਉਹ ਵਿਚਾਰੇ ਧੁੱਪੇ ਖੜੇ ਆ। ਬਟ ਸਾਡਾ ਉਹਨਾਂ ਨਾਲ ਕੋਈ ਲਾਗਤਾ ਹੀ ਨਹੀਂ ਹੈ ਜੀ, ਸਾਡਾ ਨਾ ਉਹਨਾਂ ਨੇ ਸੁਣਵਾਈ ਕਰਨੀ ਹੈ। ਉਹ ਸਾਨੂੰ ਆ ਕੇ ਕਹਿੰਦੇ ਤੁਸੀਂ ਪਰਮਿਸ਼ਨ ਨਹੀਂ ਲਈ, ਪਰਮਿਸ਼ਨ ਨਹੀਂ ਲਈ। ਪਰਮਿਸ਼ਨ ਕਿਸ ਤਰ੍ਹਾਂ ਲਈ ਜਾਂਦੀ ਹੈ ਤੁਹਾਨੂੰ ਦੱਸ ਦਿਓ ਜੀ। ਇਸ ਗਰਾਊਂਡ ਦੇ ਵਿੱਚ ਬੈਠੇ ਆ, ਸ਼ਾਂਤਮਈ ਢੰਗ ਨਾਲ ਬੈਠੇ ਆ। ਜੇ ਪ੍ਰਸ਼ਾਸਨ ਕਹਿੰਦਾ ਵੀ ਨਹੀਂ ਬਈ ਇੰਨਾ ਇਕੱਠ ਨਹੀਂ ਕਰਨਾ, ਤੁਹਾਨੂੰ ਅਸੀਂ 20 ਦਿਨਾਂ ਦੀ ਪਰਮਿਸ਼ਨ ਦੇ ਦਿੰਦੇ ਆ, ਅਸੀਂ ਉਹ 'ਚ ਵੀ ਤਿਆਰ ਹੈ। ਉਹ ਕਹਿੰਦੇ 10 ਦੀ ਦੇਵਾਂਗੇ, ਅਸੀਂ ਉਹ 'ਚ ਵੀ ਤਿਆਰ ਹੈ। ਉਹ ਕਹਿਣ ਵੀ ਤੁਸੀਂ 2 ਜਣੇ ਭੁੱਖੇ ਬੈਠ ਸਕਦੇ ਹੋ, ਹੋਰ ਨਹੀਂ ਬਹਿ ਸਕਦਾ, ਅਸੀਂ ਉਹ 'ਚ ਵੀ ਤਿਆਰ ਹੈ। ਪਰ ਇੱਕ ਡਰਾਈਵਰਾਂ ਦਾ ਪਹਿਲਾਂ ਬਹੁਤ ਰੋਸ ਰਿਹਾ ਕਿ ਜਿਹੜੇ ਆਗੂ ਅੱਗੇ ਆ ਕੇ ਹੜਤਾਲ ਕਰਦੇ ਨੇ ਕਿ ਉਹੀ ਵਿਕ ਜਾਂਦੇ ਨੇ, ਉਹੀ ਕੰਪਨੀਆਂ ਕੋਲ ਆ ਕੇ ਆਪਣੇ ਗੋਡੇ ਟੇਕ ਜਾਂਦੇ ਨੇ। ਇਹ ਬਹੁਤ ਵੱਡੇ ਇਲਜ਼ਾਮ ਨੇ ਕਿ ਅਸੀਂ ਤਾਂ ਸਾਥ ਦਿੰਦੇ ਆ ਪਰ ਅੱਗੇ ਵਾਲੇ ਆਗੂ ਵਿਕ ਜਾਂਦੇ। ਇਹ ਕਿੰਨੀ ਸੱਚਾਈ ਹੈ ਫਿਰ? ਬਿਲਕੁਲ ਠੀਕ ਗੱਲ ਹੈ ਜੀ, ਤੁਹਾਡੀ ਗੱਲ ਹੈ। ਇਹ ਸਾਡੇ ਡਰਾਈਵਰਾਂ ਦੀ ਪਹਿਲੇ ਗਈ ਦੀ, ਪਰ ਹੁਣ ਹਾਲਾਤ ਇਦਾਂ ਦੇ ਆ ਗਏ ਜੀ, ਨਾ ਤਾਂ ਕੰਪਨੀ ਨੇ 1 ਰੁਪਿਆ ਦੇਣਾ ਹੈ, ਕਿਉਂਕਿ ਓਲਾ ਉਬਰ ਤਾਂ ਪਹਿਲਾਂ ਹੀ ਜਿਹੜਾ 3 ਕਰੋੜ ਰੁਪਇਆ ਸਰਕਾਰ ਦਾ, ਚੰਡੀਗੜ੍ਹ ਪ੍ਰਸ਼ਾਸਨ ਦਾ ਉਹਨਾਂ ਨੇ ਦੇਣਾ ਹੈ 2018 ਤੋਂ। ਰਹੋਗੇ ਇਹਨਾਂ ਦੇ ਆਗੂ ਬਣ ਕੇ ਹੁਣ ਜਦੋਂ ਤੱਕ ਬਣਾਉਣਗੇ ਜੀ ਅਸੀਂ ਸਤਰੀ ਹੈ ਜੀ। ਨਹੀਂ ਕਿਤੇ ਤੁਸੀਂ ਨਾ ਵਿਕ ਜੋ ਪਹਿਲਾਂ ਵਾਂਗੂ ਫਿਰ ਇਹ ਸਰ ਵਿਕਣ ਵਾਲੀ ਸਟੋਰੀ ਖਤਮ ਹੋ ਗਈ ਨਾ ਜੀ। ਪ੍ਰਸ਼ਾਸਨ ਨੇ ਜਦੋਂ ਜਿਹੜੀ ਕੰਪਨੀ ਹੈ ਜੀ ਉਹ ਕੋਰਟ 'ਚ ਚਲੀ ਗਈ ਜੀ, ਹਾਈ ਕੋਰਟ 'ਚ। ਉਹਨਾਂ ਨੇ ਜੇ ਕੋਈ ਇਹਨਾਂ ਦੇ ਨੋਟਿਸ ਜਾਂਦੇ ਆ ਪ੍ਰਸ਼ਾਸਨ ਦੇ, ਤੇ ਉਹ ਰਿਸੀਵ ਹੀ ਨਹੀਂ ਕਰ ਰਹੇ, ਇਹਨਾਂ ਦੀ ਗੱਲ ਹੀ ਨਹੀਂ ਸੁਣ ਰਹੇ। ਸਾਨੂੰ ਕੀ ਦੇਣਾ ਉਹਨਾਂ ਨੇ, ਜਦੋਂ ਪ੍ਰਸ਼ਾਸਨ ਨੂੰ ਵੀ ਕੁਝ ਦੇਣ ਨੂੰ ਤਿਆਰ ਨਹੀਂ। ਪ੍ਰਸ਼ਾਸਨ ਨੂੰ ਜਿਹੜਾ 300 ਰੁਪਏ ਪਰ ਗੱਡੀ ਦਾ ਟੈਕਸ ਬਣਦਾ ਉਹਨਾਂ ਦਾ, ਜਿੰਨੀਆਂ ਗੱਡੀਆਂ ਅਟੈਚ ਹੈ, 3 ਕਰੋੜ ਰੁਪਏ ਓਲਾ ਦਾ, 3 ਕਰੋੜ ਰੁਪਏ ਉੱਪਰ ਦਾ, 6 ਕਰੋੜ ਰੁਪਏ ਪ੍ਰਸ਼ਾਸਨ ਦਾ 3 ਸਾਲਾਂ ਤੋਂ ਦੇਣਾ ਜੀ। ਇੰਨਾ ਬਕਾਇਆ ਫਿਰ ਪ੍ਰਸ਼ਾਸਨ ਕਿਉਂ, ਕਿਆ ਲੱਗਦਾ ਇਹ ਕਾਰਵਾਈ ਕਿਉਂ ਨਹੀਂ ਕਰ ਰਿਹਾ? ਕਿੱਥੇ ਖੜਿਆ ਪ੍ਰਸ਼ਾਸਨ ਫਿਰ? ਕੋਰਟ 'ਚ ਚਲੇ ਗਏ ਜੀ, ਬਸ ਉਹ ਕਹਿੰਦੇ ਕੋਰਟ 'ਚ ਲੈ ਲਈ ਆਪਣੀ। ਹਾਂ ਬਸ ਆਹੀ ਸਟੋਰੀ ਹੈ ਜੀ, ਸਟੇ ਲੈ ਲਿਆ ਉਹਨਾਂ ਨੇ। ਪ੍ਰਸ਼ਾਸਨ ਹੁਣ ਕਿੰਨਾ ਕੁ ਤੁਹਾਡਾ ਸਾਥ ਦੇ ਰਿਹਾ ਕਿ 15 ਅਗਸਤ ਤੱਕ ਤੁਹਾਨੂੰ ਬੈਠਣ ਦੇਗਾ ਰੈਲੀ ਗਰਾਊਂਡ 'ਚ ਕਿ ਨਹੀਂ? ਅਸੀਂ ਕਹਿ ਰਹੇ ਜੀ, ਅਸੀਂ ਸਾਨੂੰ ਤਾਂ ਥ੍ਰੈਟ ਦੇ ਰਹੇ ਕਿ ਤੁਸੀਂ ਉੱਠੋ ਇੱਥੋਂ ਤੋਂ। ਉਹ ਤਾਂ ਸਾਫ਼ ਕਰੇ, ਮਨਾ ਕਰੇ। ਰੋਡ ਜਾਮ ਕਰ ਰਹੇ ਕੋਈ? ਨਹੀਂ ਕੋਈ ਰੋਡ ਜਾਮ ਕੇ, ਅਸੀਂ ਸ਼ਾਂਤੀਪ੍ਰਿਤ ਢੰਗ ਨਾਲ ਇੱਥੇ ਬੈਠੇ ਨੇ। ਇੱਥੇ ਵੀ ਨਹੀਂ ਬੈਠਣ ਦੇ, ਭੁੱਖ ਹੜਤਾਲ ਤੇ ਉੱਥੇ ਭੁੱਖ ਹੜਤਾਲ ਵੀ ਤੇ ਨਹੀਂ ਬੈਠਣ ਦਿੰਦੇ। ਦੱਸੋ ਕਿ ਜਗ੍ਹਾ ਤੁਹਾਡੀ ਹੜਤਾਲ ਹੈ ਜਾਂ ਫਿਰ ਕੋਈ ਮੋਹਾਲੀ ਵੀ 8 ਫੇਸ ਕਿਤੇ ਕੋਈ ਬਾਹਰ? ਹਾਲੇ ਤਾਂ ਇੱਥੇ ਹੀ ਹੈ ਜੀ। ਹਾਂਜੀ ਹਾਂਜੀ। ਡਰਾਈਵਰਾਂ ਦਾ ਕਿੰਨਾ ਕੁ ਸਾਥ ਮਿਲ ਰਿਹਾ ਤੁਹਾਨੂੰ, ਕਿ ਜਾਂ ਫਿਰ ਕਿ ਪਹਿਲਾਂ ਰੈਲੀਆਂ ਵਾਂਗੂ ਇਹ ਕਹਿ ਰਹੇ ਨੇ ਕਿ ਇਸ ਤਾਂ ਕਿਸ਼ਤ ਭਰਨੀ ਹੈ ਭਾਈ, ਇਸ ਤਾਂ ਕੰਮ ਕਰਨਾ ਹੈ? ਇਹ 5-4 ਡਰਾਈਵਰ ਅੱਗੇ ਹੋਏ ਨੇ, ਇਹਨਾਂ ਨੂੰ ਤਕਲੀਫ ਹੈ ਇਕੱਲੀ? ਦੇਖੋ ਜੀ ਐਸਾ ਹੈ ਜੀ, ਪਹਿਲੇ ਜਿੰਨੇ ਵੀ ਆਗੂ ਨੇ ਉਹਦੇ ਕਰਕੇ ਕੁਝ ਡਰਾਈਵਰ ਭਰਾਵਾਂ ਦਾ ਵਿਸ਼ਵਾਸ ਵੀ ਉੱਠ ਚੁੱਕਿਆ ਤੇ ਨਵੇਂ ਛਲਾਰੂ ਆਏ, ਨਵੀਂ ਗੱਡੀਆਂ ਲਈਆਂ। ਹਾਲੇ ਟਾਇਰ ਵੀ ਮੰਗਣੇ ਗੱਡੀ ਨੇ, ਸਾਰੀ ਚੀਜ਼ਾਂ ਮੰਗਣੀ ਹੈ। ਠੀਕ ਹੈ ਜੀ, ਉਹੀ ਚਲਾ ਰਹੇ ਜਿਹੜੇ ਪੁਰਾਣੇ ਬੰਦੇ ਖੜੇ ਨੇ, ਜਿਹਨੂੰ ਪਤਾ ਜੇ ਸਹੀ ਮਾਇਨੇ 'ਚ ਇਸ ਕੈਬ 'ਚ ਕੰਮ ਕਰ ਰਹੇ ਨੇ, ਉਹਨਾਂ ਨੂੰ ਪਤਾ ਹੈਗਾ ਕਿਵੇਂ ਘਰ ਚੱਲਦਾ, ਕਿਵੇਂ ਗੁਜ਼ਾਰਾ ਹੁੰਦਾ ਹੈ। ਕਿੰਨੇ ਸਾਲ ਤੋਂ ਚਲਾ ਰਹੇ ਤੁਸੀਂ? ਮੈਨੂੰ ਘੱਟੋ ਘੱਟ ਜੀ 4-5 ਸਾਲ ਤੋਂ ਮੈਨੂੰ ਹੋ ਗਏ ਜੀ। 5 ਸਾਲ ਹੋ ਗਏ। ਕੰਪਨੀ ਕਹਿ ਰਹੀ ਕਿ ਲੱਖ ਰੁਪਏ ਮਹੀਨਾ ਕਮਾਉਂਦੇ ਨੇ ਕੈਬ ਵਾਲੇ। ਫਿਰ ਤੁਹਾਡੀ ਕੋਠੀ ਕਿੱਥੇ ਹੈ? ਗੱਡੀ ਕਿਹੜੀ? ਮੈਂ ਤਾਂ ਕਹਿ ਰਿਹਾ ਜੀ, ਮੇਰੀ ਗੱਡੀ ਦੇ ਟਾਇਰ ਘਿਸ ਗਏ ਜੀ। ਇਹ ਗੱਡੀ ਦਾ ਮੇਰੀ ਇੱਕ ਗੱਡੀ ਦਾ ਟਾਇਰ ਫੁੱਲਿਆ ਹੋਇਆ ਹੈ, ਕਸਟਮਰ ਬਹਿ ਗਿਆ। ਉਹ ਕਹਿ ਰਿਹਾ ਇਹ ਕੀ ਕਹਿੰਦੇ ਉਹ ਕਰ ਰਹੀ ਹੈ। ਮੈਂ ਲਾ ਜੀ ਮੈਡਮ ਜੀ ਕੀ ਕਰੀਏ, ਕੰਮ ਕਾਰ ਹੈਗਾ ਨਹੀਂ। 55 ਰੁਪਏ ਰਾਈਡ ਚੱਕੀ ਓਲਾ 'ਚ, 2 ਕਿਲੋਮੀਟਰ ਚੱਕਣ ਗਿਆ, 1.5 ਕਿਲੋਮੀਟਰ ਉਹਨੂੰ ਛੱਡਿਆ, ਮੈਨੂੰ ਮਿਲੇ 23 ਰੁਪਏ। ਦੱਸੋ ਜੀ ਕਿਵੇਂ ਗੁਜ਼ਾਰਾ ਹੋਊਗਾ ਉਹਦੇ ਵਿੱਚ? ਸ਼ਾਮ ਤੱਕ 10-23 ਰੁਪਏ ਆਏ ਤੇ 230 ਰੁਪਏ ਬਣਨਗੇ ਜੀ, ਕਿੱਥੇ ਪੂਰੇ ਕਰਾਂਗੇ? ਕਿਹੜਾ ਟਾਇਰ ਆਊਗਾ? 3000 ਤੋਂ ਥੱਲੇ ਟਾਇਰ ਨਹੀਂ ਪਈ। ਕਸਟਮਰ ਵੀ ਸਾਥ ਦੇ ਰਹੇ ਤੁਹਾਡੇ ਕਿ ਨਹੀਂ? ਕਿ ਲੋਕ ਇਹ ਕਹਿ ਰਹੇ ਨੇ ਕਿ ਹਾਂ ਇਹ ਕੈਬ ਵਾਲਿਆਂ ਨੇ ਬੰਦ ਕਰਕੇ ਸਾਡਾ ਤਾਂ ਕੰਮਕਾਰ ਹੀ ਖਤਮ ਕਰਤਾ। ਕਸਪਰ ਤਾਂ ਸਾਨੂੰ ਫੋਨ ਕਰਕੇ ਕਹਿ ਰਹੇ ਆ, ਸਰਦਾਰ ਜੀ ਇਹ ਜਿਹੜੀ 40 ਰੁਪਏ ਦੀ ਰਾਈਡ ਤੇ ਤੁਸੀਂ ਮੈਨੂੰ ਮਿਲੇ ਸੀਗੇ, ਉਦੋਂ ਤੁਹਾਨੂੰ 23 ਰੁਪਏ ਮਿਲੇ ਸੀਗੇ। ਮੈਂ ਆਪ ਦੇਖਿਆ ਤੁਹਾਡੇ ਅਕਾਊਂਟ 'ਚ 23 ਰੁਪਏ ਆਏ, ਤੇ ਜੇ ਹੁਣ ਉੱਠ ਗਏ ਨਾ ਤੇ 23 ਰੁਪਏ ਵੀ ਨਹੀਂ ਮਿਲਣੇ ਅੱਜ ਤੋਂ ਬਾਅਦ। ਇਹ ਵੀ ਨਹੀਂ ਮਿਲਣੇ। ਤੁਸੀਂ ਦੋ ਦਿਨ ਬੰਦੇ ਬੈਠਣਗੇ ਭੁੱਖ ਹੜਤਾਲ 'ਚ? ਕਿਵੇਂ? 2 ਬੰਦੇ ਬੈਠੇ ਜੀ ਬਸ, ਅਣਮਿੱਥੇ ਸਮੇਂ ਲਈ। 15 ਤਰੀਕ ਤੱਕ ਬੈਠੇ ਤੁਸੀਂ? ਨਹੀਂ 15 ਤਰੀਕ ਤੱਕ ਚੱਕਾ ਜਾਮ ਹੈ ਜੀ। ਜਿਹੜੀ ਐਪਲੀਕੇਸ਼ਨ ਤੇ ਗੱਡੀ ਚੱਲ ਰਹੀ ਹੈ, ਜੇ ਤੁਹਾਨੂੰ ਗੱਡੀ ਦਿਖ ਰਹੀ ਹੈ, ਉਹ ਐਪਲੀਕੇਸ਼ਨ ਤੇ ਨਹੀਂ ਚੱਲਦੀ, ਉਹ ਪ੍ਰਾਈਵੇਟ ਸਵਾਰੀ ਚੱਲ ਰਹੀ ਹੈ। ਉਹਦੀ ਜਿਹੜੀ ਐਪਲੀਕੇਸ਼ਨ ਤੇ ਗੱਡੀ ਚੱਲ ਰਹੀ ਹੈ ਉਹ ਪੂਰਨ ਤੌਰ ਤੇ ਬੰਦ ਹੈ ਜੀ, ਪੂਰੇ ਪੰਜਾਬ 'ਚ ਸਭ ਜਗ੍ਹਾ ਤੇ। ਕੱਲ ਤੋਂ ਹੋਰ ਬੰਦ ਹੋਣਾ ਸ਼ੁਰੂ ਹੋ ਜਾਣਾ। ਇਹ ਮੰਗਾ ਨਹੀਂ ਮੰਨਦਾ ਪ੍ਰਸ਼ਾਸਨ, ਕੰਪਨੀ ਤੁਹਾਡੀ ਨਹੀਂ ਮੰਗਾ ਮੰਨਦੀ, ਫਿਰ ਅਗਲਾ ਸੰਘਰਸ਼ ਕੀ ਹੈ ਫਿਰ ਤੁਹਾਡਾ? ਸੰਘਰਸ਼ ਤਾਂ ਇਹੀ ਹੈ ਜੀ, ਅਸੀਂ ਭੁੱਖ ਹੜਤਾਲ ਤੇ ਬੈਠੇ ਰਵਾਂਗੇ। ਜੇ ਪ੍ਰਸ਼ਾਸਨ ਆਂਦਾ ਹੈ, ਮੈਮੋਰੰਡਮ ਲੈਂਦਾ, ਸਾਨੂੰ ਕਹਿੰਦਾ 10 ਦਿਨ ਦਾ ਟਾਈਮ ਚਾਹੋ, ਅਸੀਂ ਤਾਂ ਵੀ ਦੇਣ ਨੂੰ ਤਿਆਰ ਹਾਂ, ਪਰ ਅਸੀਂ ਭੁੱਖ ਹੜਤਾਲ ਤੋਂ ਨਹੀਂ ਉੱਠਾਂਗੇ। ਗ੍ਰਿਫਤਾਰੀਆਂ, ਪਰਚੇ ਉਹ ਤਾਂ ਹੋਣੇ ਹੀ ਹੋਣੇ ਆ ਜੀ, ਉਹ ਤਾਂ ਹੋਣਗੇ ਜੀ। ਸਾਡੇ ਕਿਸਾਨ ਭਰਾ, ਸਾਡੇ ਬਜ਼ੁਰਗ ਚਲੇ ਗਏ ਜੀ ਉੱਥੇ, ਉਹਨਾਂ ਦੀਆਂ ਡੈਥਾਂ ਹੋ ਗਈਆਂ। ਉਸ ਤੋਂ ਵੱਡੀ ਚੀਜ਼ ਤਾਂ ਹੋ ਨਹੀਂ ਸਕਦੀ। ਕੋਈ ਗੱਲ ਨਹੀਂ ਜੀ। ਇੱਕ ਗੱਲ ਕਹਿਣਾ ਚਾਹੁੰਦਾ ਜੀ, ਸ਼ਾਂਤੀਮਈ ਢੰਗ ਨਾਲ ਬੈਠੇ ਜੀ। ਜਿਹੜੀ ਸਰਕਾਰ ਨੂੰ ਜਗ੍ਹਾ ਨਿਰਧਾਰਿਤ ਕੀਤੀ ਹੋਈ ਹੈ, ਅਲੋਟਮੈਂਟ ਕੀਤੀ, ਉੱਥੇ ਅਸੀਂ ਬਹਿ ਕੇ ਭੁੱਖ ਹੜਤਾਲ ਕਰ ਰਹੇ ਹਾਂ। ਉਹਦੇ ਬਾਅਦ 'ਚ ਵੀ ਸਾਨੂੰ ਪਰਚਾ ਪੈ ਰਿਹਾ ਹੈ, ਤਾਂ ਇਸ ਤੋਂ ਜ਼ਿਆਦਾ ਤਾਨਾਸ਼ਾਹੀ ਕਿੱਥੇ ਹੋਗੀ ਜੀ? ਦੱਸੋ ਜੀ। ਇੱਕ ਪਿਛਲੇ ਵਾਰੀ ਵੀ ਜਦੋਂ ਉਬਰ ਆਫਿਸ ਦੇ ਸਾਹਮਣੇ ਮੇਰੇ ਖਿਆਲ ਧਰਨਾ ਪ੍ਰਦਰਸ਼ਨ ਕੀਤਾ ਸੀ, ਕੁਝ ਬੰਦੇ ਜਿਹੜੇ ਅੱਗੇ ਜਿਹਦਾ ਤੁਸੀਂ ਹੈ, ਤਾਂ ਉਹਨਾਂ ਦੀ ਗੱਡੀਆਂ ਬਲੈਕ ਲਿਸਟ ਕਰ ਦਿੱਤੀਆਂ ਸੀ। ਜੇ ਕੰਪਨੀ ਨੇ ਇਹ ਕੰਮ ਕਰਤਾ ਫਿਰ? ਹੁਣ ਵੀ ਧਮਕੀਆਂ ਜੀ। ਮੈਨੂੰ ਆਇਆ ਸਪੈਸ਼ਲ ਫੋਨ ਆਇਆ ਕਿ ਹਾਂ ਵੀ ਆਈਡੀਆਂ ਤੁਹਾਡੀਆਂ ਓਲਾ ਨੇ ਵੀ, ਉਬਰ ਨੇ ਵੀ ਨੋਟ ਕਰ ਲਈਆਂ ਆ। ਉਹ ਜਿਹੜੀਆਂ ਜਾਦੀਆਂ ਬੰਦ ਹੋਈਆਂ ਆ, ਅੱਜ ਤੱਕ ਨਹੀਂ ਖੁੱਲੀਆਂ। ਉਹ ਹੁਣ ਹਾਲ ਦੀ ਘੜੀ ਵੀ ਕਹਿ ਰਹੇ ਅਗਰ ਹਾਂ ਤੁਸੀਂ ਨਹੀਂ ਸਾਡੇ ਕਾਬੂ ਆਏ ਤਾਂ ਬਿਲਕੁਲ ਬਲੈਕ ਲਿਸਟ ਕਰਾਂਗੇ। ਮੈਨੂੰ ਸਪੈਸ਼ਲ ਫੋਨ ਆਇਆ ਇਸ ਚੀਜ਼ ਲਈ। ਠੀਕ ਹੈ, ਬਿਲਕੁਲ ਤੁਸੀਂ ਦੇਖੋ ਕਿ ਲਗਾਤਾਰ ਜਿਹੜੇ ਡਰਾਈਵਰ ਨੇ ਭੁੱਖ ਹੜਤਾਲ ਤੇ ਬੈਠ ਗਏ ਨੇ, ਤਾਂ ਇਹਨਾਂ ਨੂੰ ਦੱਸਿਆ ਕਿ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ। ਤਾਂ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਦਬਾਅ ਬਣਾਇਆ ਜਾ ਰਿਹਾ, ਕਿਉਂਕਿ 15 ਅਗਸਤ ਦਾ ਸਮਾਂ ਹੈ। 15 ਅਗਸਤ ਨੂੰ ਲੈ ਕੇ ਪ੍ਰਸ਼ਾਸਨ ਵੀ ਚੰਡੀਗੜ੍ਹ ਦਾ ਪੱਬਾਂ ਭਾਰ ਹੋ ਚੁੱਕਾ ਹੈ ਕਿ ਇੱਦਾਂ ਦੀ ਹੜਤਾਲ ਪ੍ਰਦਰਸ਼ਨ ਦੇ ਉੱਤੇ ਉਹਨਾਂ ਵੱਲੋਂ ਵੀ ਰੋਕ ਲਗਾਈ ਜਾ ਰਹੀ। ਇਹਨਾਂ ਨੂੰ ਦੱਸਿਆ ਕਿ ਅਗਰ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ ਤਾਂ ਅਸੀਂ ਹੋਰ ਤਿੱਖਾ ਸੰਘਰਸ਼ ਕਰਾਂਗੇ। ਦੇਖਦੇ ਹਾਂ ਹੁਣ ਕਦੋਂ ਇਹਨਾਂ ਦੀ ਕੰਪਨੀਆਂ ਮੰਗਾਂ ਮੰਨਦੀ ਹੈ, ਕਦੋਂ ਪ੍ਰਸ਼ਾਸਨ ਕੰਪਨੀ ਉੱਤੇ ਦਬਾਅ ਬਣਾ ਕੇ ਇਹਨਾਂ ਡਰਾਈਵਰਾਂ ਦੀ ਸੁਣਵਾਈ ਕਰਵਾਉਂਦਾ ਹੈ। ਤਾਂ ਆਉਣ ਵਾਲਾ ਸਮੇਂ ਦੱਸੇਗਾ। ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ, ਨਿਊਜ਼ ਚੰਡੀਗੜ੍ਹ।